हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ SST ਦੀ ਕਲਾਸ ਹੈ ਜਿਹੜੀ ਸਟਾਰਟ ਕੀਤੀ ਗਈ ਹੈ। ਸੋ ਭਾਰਤ ਦਾ ਸੰਵਿਧਾਨ ਟੌਪਿਕ ਹੈ। ਸੋ ਇਸ ਨਾਲ ਸੰਬੰਧਿਤ ਭਾਰਤ ਦੇ ਸੰਵਿਧਾਨ ਤੇ ਜਿੰਨੇ ਵੀ ਪ੍ਰਸ਼ਨ ਬਣਦੇ ਆ ਉਹ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਸੋ ਕਲਾਸ 5 ਲੈ ਕੇ ਆਏ ਹਾਂ। ਅੱਜ ਦੀ ਇਸ ਕਲਾਸ ਦੇ ਵਿੱਚ ਭਾਰਤੀ ਸੰਵਿਧਾਨ ਇੰਡੀਅਨ ਕਨਸਟੀਟਿਊਸ਼ਨ ਦੇ ਨਾਲ ਸੰਬੰਧਿਤ ਜੋ ਵੀ ਕੁਐਸਚਨ ਬਣਦੇ ਆ ਉਹ ਕੰਪਲੀਟ ਹੋ ਜਾਣਗੇ। ਸੋ ਇਹ ਪੰਜਵਾਂ ਭਾਗ ਹੈ। ਜਿਨ੍ਹਾਂ ਨੇ ਹਾਲੇ ਤੱਕ ਇਸ ਤੋਂ ਪਹਿਲਾਂ ਵਾਲੀਆਂ ਕਲਾਸਾਂ ਨਹੀਂ ਰੀਡ ਕੀਤੀਆਂ ਤਾਂ ਜ਼ਰੂਰ ਰੀਡ ਕਰ ਲਿਓ। ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਣਗੇ ਜਾਂ ਫਿਰ ਚੈਨਲ ਦੀ ਪਲੇਲਿਸਟ ਵਿੱਚ ਚੱਲ ਜਿਓ ਜਿੱਥੇ ਤੁਹਾਨੂੰ ਸਾਰੇ ਭਾਗ ਨੇ ਜਿਹੜੇ ਉਹ ਮਿਲ ਜਾਣਗੇ। ਸੋ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ ਭਾਰਤੀ ਸੰਵਿਧਾਨ ਨਾਲ ਸੰਬੰਧਿਤ। ਤਾਂ ਪ੍ਰਸ਼ਨ ਨੰਬਰ 115 ਤੋਂ ਸਟਾਰਟ ਕਰਾਂਗੇ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਕਿਹੜੀ ਸੋਧ ਹੈ ਜਿਹੜੀ ਕੀਤੀ ਗਈ ਸੀ? ਇਹ ਕੱਲ੍ਹ ਕੁਐਸਚਨ ਕੀਤਾ ਸੀਗਾ ਆਪਾਂ ਚੌਥੇ ਭਾਗ ਦੇ ਵਿੱਚ। ਤਾਂ 42ਵੀਂ ਜੋ ਭਾਰਤ ਦੀ ਸੰਵਿਧਾਨ ਦੀ ਪ੍ਰਸਤਾਵਨਾ ਹੈ ਤਾਂ ਇਹਦੇ ਵਿੱਚ ਜਿਹੜੀ 42ਵੀਂ ਸੋਧ ਹੈ ਕੀਤੀ ਗਈ ਸੀ। ਅਗਲਾ ਪ੍ਰਸ਼ਨ ਹੈ ਭਾਰਤ ਨੇ ਇਕਹਿਰੀ ਨਾਗਰਿਕਤਾ ਦੇ ਸਿਧਾਂਤ ਦਾ ਸੰਕਲਪ ਕਿਹੜੇ ਦੇਸ਼ ਤੋਂ ਲਿਆ ਸੀ? ਅਮਰੀਕਾ, ਇੰਗਲੈਂਡ, ਫਰਾਂਸ ਜਾਂ ਫਿਰ ਰੂਸ ਤੋਂ? ਤਾਂ ਇਹ ਲਿਆ ਸੀਗਾ ਜੀ ਇੰਗਲੈਂਡ ਤੋਂ। ਆਪਸ਼ਨ ਆੜਾ ਭਾਰਤ ਨੇ ਜਿਹੜਾ ਇਕਹਿਰੀ ਨਾਗਰਿਕਤਾ ਏਕਲ ਨਾਗਰਿਕਤਾ ਜਿਹਨੂੰ ਕਿਹਾ ਜਾਂਦਾ ਹੈ ਇਹਦਾ ਜੋ ਸਿਧਾਂਤ ਦਾ ਸੰਕਲਪ ਸੀ ਤਾਂ ਇੰਗਲੈਂਡ ਤੋਂ ਲਿਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਦੋਹਰੀ ਨਾਗਰਿਕਤਾ ਵਾਲਾ ਦੇਸ਼ ਹੈ ਜਿਹੜਾ ਦੱਸਣਾ ਹੈ ਜਿਹਦੇ ਵਿੱਚ ਦੋਹਰੀ ਨਾਗਰਿਕਤਾ ਹੈ। ਅਮਰੀਕਾ, ਇੰਗਲੈਂਡ, ਭਾਰਤ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਤਾਂ ਇਹ ਦੇਸ਼ ਹੈ ਜੀ ਅਮਰੀਕਾ ਜਿਹਦੇ ਵਿੱਚ ਦੋਹਰੀ ਨਾਗਰਿਕਤਾ ਜਿਹੜੀ ਉਹ ਪ੍ਰਚਲਿਤ ਹੈ। ਸੋ ਇੰਗਲੈਂਡ ਦੇ ਵਿੱਚ ਜਿਹੜੀ ਆਪਾਂ ਇਕਹਿਰੀ ਨਾਗਰਿਕਤਾ ਦਾ ਸਿਧਾਂਤ ਹੈ ਜਿਹੜਾ ਸੰਕਲਪ ਲਿਆ ਭਾਰਤ ਨੇ। ਸੋ ਇਹ ਦੋਨੋਂ ਤਾਂ ਹੋ ਹੀ ਨਹੀਂ ਸਕਦੀਆਂ। ਸੋ ਇਸ ਤਰ੍ਹਾਂ ਜ਼ਰੂਰ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਹੈ। ਤਾਂ ਅਮਰੀਕਾ ਜਿਹੜਾ ਦੇਸ਼ ਹੈ ਉਹ ਦੋਹਰੀ ਨਾਗਰਿਕਤਾ ਵਾਲਾ ਹੈ। ਤਾਂ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ 1976 ਦੇ ਵਿੱਚ ਕੀਤੀ 42ਵੀਂ ਸੰਵਿਧਾਨਕ ਸੋਧ ਰਾਹੀਂ ਕਿਹੜੇ ਕਿਹੜੇ ਸ਼ਬਦ ਹੈ ਜਿਹੜੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਨਵੇਂ ਸ਼ਾਮਲ ਕੀਤੇ ਗਏ ਸੀ? ਧਰਮ ਨਿਰਪੱਖਤਾ, ਸਮਾਜਵਾਦ, ਰਾਸ਼ਟਰੀ ਏਕਤਾ ਜਾਂ ਫਿਰ ਉਪਰੋਕਤ ਸਾਰੇ? ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਉਪਰੋਕਤ ਸਾਰੇ। ਇਹ ਤਿੰਨੋਂ ਸ਼ਬਦ ਸੀ ਜਿਵੇਂ ਕਿ ਧਰਮ ਨਿਰਪੱਖਤਾ, ਸਮਾਜਵਾਦ, ਰਾਸ਼ਟਰੀ ਏਕਤਾ। ਤਾਂ ਇਹ ਤਿੰਨੋਂ ਸ਼ਬਦ ਸੀ ਜਿਹੜੇ ਨਵੇਂ ਸ਼ਾਮਲ ਕੀਤੇ ਗਏ ਸੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ। ਕਿਹੜੀ ਸੋਧ ਰਾਹੀਂ? 42ਵੀਂ ਸੰਵਿਧਾਨਕ ਸੋਧ ਰਾਹੀਂ ਜਿਹੜੀ 1976ਵੀਂ ਹੈ। ਯਾਨੀ ਕਿ 42ਵੀਂ ਸੋਧ 1976 ਰਾਹੀਂ ਇਹ ਸ਼ਬਦ ਜਿਹੜੇ ਜੋੜੇ ਗਏ ਸੀ। ਇਹਦੇ ਵਿੱਚ ਵੀ ਦੋ ਕੁਐਸਚਨ ਬਣਦੇ ਆ ਕਿਹੜੀ ਸੋਧ ਰਾਹੀਂ ਇਹ ਸ਼ਬਦ ਜਿਹੜੇ ਜੋੜੇ ਗਏ ਸੀ ਅਤੇ ਕਿਹੜੇ ਕਿਹੜੇ ਸ਼ਬਦ ਇਹ ਜੋੜੇ ਗਏ ਸੀ। ਸੋ ਦੋਨਾਂ 'ਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੁੱਟ ਹੈ ਜਿਹੜਾ ਕੀਤਾ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ ਭਾਰਤੀ ਨਾਗਰਿਕਾਂ ਲਈ ਵੋਟ ਦੇ ਅਧਿਕਾਰ ਦੀ ਉਮਰ ਹੈ ਜਿਹੜੀ 21 ਸਾਲ ਤੋਂ ਘਟਾ ਕੇ 18 ਸਾਲ 1999 ਕਿਸ ਐਕਟ ਦੇ ਤਹਿਤ ਕੀਤੀ ਗਈ ਸੀ? 1988 ਈਸਵੀ 61ਵੀਂ ਸੋਧ, 1976 42ਵੀਂ ਸੋਧ, 1992 73ਵੀਂ ਸੋਧ ਜਾਂ ਫਿਰ 1992 ਦੀ 74ਵੀਂ ਸੋਧ? ਸੋ 76ਵੀਂ ਸੋਧ ਤਾਂ ਨਹੀਂ ਆਏਗੀ, ਹੁਣੇ ਆਪਾਂ ਪੜ੍ਹ ਕੇ ਹਟੇ ਹਾਂ। ਇਸ ਰਾਹੀਂ ਜਿਹੜਾ ਤਿੰਨ ਸ਼ਬਦ ਨਵੇਂ ਜੋੜੇ ਗਏ ਸੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ। ਤਾਂ ਇਹਦਾ ਜਿਹੜਾ ਰਾਈਟ ਆਨਸਰ ਬਣੇਗਾ ਤਾਂ ਉਹ ਬਣੇਗਾ ਜੀ ਆਪਸ਼ਨ ਊੜਾ। 1988 ਦੀ 61ਵੀਂ ਸੋਧ ਦੇ ਰਾਹੀਂ ਜੋ ਭਾਰਤੀ ਨਾਗਰਿਕ ਸੀ ਇਹਨਾਂ ਦੇ ਵੋਟ ਪਾਉਣ ਦੀ ਜਿਹੜੀ ਉਮਰ ਸੀ ਪਹਿਲਾਂ 21 ਸਾਲ ਸੀ ਤਾਂ ਇਸ ਤੋਂ ਘਟਾ ਕੇ 18 ਸਾਲ ਹੈ ਜਿਹੜੀ ਇਹ ਕੀਤੀ ਗਈ ਸੀ 1988 61ਵੀਂ ਸੋਧ ਦੇ ਰਾਹੀਂ। ਸੋ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਅੱਗੇ ਸਹੀ ਮਿਲਾਨ ਕਰਨੇ ਹੈ ਜੀ ਸਾਰਣੀ ਦਿੱਤੀ ਗਈ ਹੈ। ਤਾਂ ਇੱਕ ਪਾਸੇ ਅਨੁਸੂਚੀਆਂ ਦਿੱਤੀਆਂ ਗਈਆਂ ਨੇ ਤਾਂ ਦੂਜੇ ਪਾਸੇ ਵੀ ਕਿਹੜੀ ਅਨੁਸੂਚੀ ਨਾਲ ਸੰਬੰਧਿਤ ਹੈ। ਸੋ ਇਹ ਮਿਲਾਨ ਕਰਨਾ ਹੈ। ਸੋ 1 ਤੋਂ 2 ਨੰਬਰਾਂ ਦੇ ਜ਼ਰੂਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹੈ। ਸੋ ਪਹਿਲੀ ਅਨੁਸੂਚੀ ਅਗਰ ਤੁਹਾਨੂੰ ਯਾਦ ਹੋਏਗਾ ਤਾਂ ਚੰਗੀ ਤਰ੍ਹਾਂ ਮਿਲਾ ਲਓਗੇ। ਪਹਿਲੀ ਅਨੁਸੂਚੀ ਦੇ ਵਿੱਚ ਕੀ ਹੈ ਤਾਂ ਇਹਦਾ ਜਿਹੜਾ ਸਹੀ ਮਿਲਾਨ ਬਣੇਗਾ B ਬਣੇਗਾ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੰਬੰਧੀ ਜਿਹੜੀ ਪਹਿਲੀ ਅਨੁਸੂਚੀ ਹੈ। ਫਿਰ ਦੂਸਰੇ ਦਾ ਜਿਹੜਾ ਦੂਜੀ ਅਨੁਸੂਚੀ ਵਿੱਚ ਕੀ ਹੈ
ਤਾਂ ਇਹਦੀ ਏ ਆਪਸ਼ਨ ਨਾਲ ਟਿਕ ਹੋਏਗੀ। ਰਾਸ਼ਟਰਪਤੀ ਅਤੇ ਰਾਜਪਾਲ ਦੀਆਂ ਤਨਖਾਹਾਂ ਅਤੇ ਭੱਤੇ ਜੋ ਦੂਜੀ ਅਨੁਸੂਚੀ ਦੇ ਵਿੱਚ ਨੇ। ਤਾਂ ਤੀਸਰੀ ਅਨੁਸੂਚੀ ਵਿੱਚ ਕੀ ਹੈ, ਤਾਂ ਆਪਸ਼ਨ ਡੀ 'ਤੇ ਟਿਕ ਹੋਏਗਾ, ਸਹੁੰ ਚੁੱਕਣ ਸੰਬੰਧੀ ਵਿਵਸਥਾ ਹੈ। ਚੌਥੀ ਅਨੁਸੂਚੀ, ਇਹਦੇ ਵਿੱਚ ਰਾਜ ਸਭਾ ਸੀਟਾਂ ਦੀ ਵੰਡ। ਸੋ ਅਨੁਸੂਚੀਆਂ ਨਾਲ ਸੰਬੰਧਿਤ ਅਲੱਗ ਤੋਂ ਤੁਹਾਨੂੰ ਇੱਕ ਵੀਡੀਓ ਜਿਹੜੀ ਉਹ ਜ਼ਰੂਰ ਪ੍ਰੋਵਾਈਡ ਕਰਾਂਗੇ, ਪਰ ਫਿਲਹਾਲ ਕੁਐਸਚਨ ਜ਼ਰੂਰ ਇਹਦੇ ਵਿੱਚ ਤੁਹਾਨੂੰ ਰੀਡ ਕਰਵਾਏ ਜਾਣਗੇ। ਸੋ ਨੀਚੇ ਸਾਰਣੀ ਦੇ ਹਿਸਾਬ ਨਾਲ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਹੈ ਜਿਹੜਾ ਉਹ ਬਣੇਗਾ। ਸੋ ਇਸ ਤਰ੍ਹਾਂ ਧਿਆਨ ਨਾਲ ਤੁਸੀਂ ਇਹ ਜ਼ਰੂਰ ਰੀਡ ਕਰਨੀ ਹੈ। ਅਗਲਾ ਪ੍ਰਸ਼ਨ ਹੈ, ਕਿਸ ਅਨੁਸੂਚੀ ਦੇ ਵਿੱਚ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਲਈ ਵਿਸ਼ੇਸ਼ ਪ੍ਰਸ਼ਾਸਨ ਦੀ ਵਿਵਸਥਾ ਜਿਹੜੀ ਕੀਤੀ ਗਈ ਹੈ? 5ਵੀਂ ਅਨੁਸੂਚੀ, 6ਵੀਂ ਅਨੁਸੂਚੀ, 7ਵੀਂ ਅਨੁਸੂਚੀ ਜਾਂ ਫਿਰ 12ਵੀਂ ਅਨੁਸੂਚੀ ਦੇ ਵਿੱਚ? ਤਾਂ ਇਹ ਵਿਵਸਥਾ ਕੀਤੀ ਗਈ ਹੈ ਜੀ ਆਪਸ਼ਨ ਆੜਾ 6ਵੀਂ ਅਨੁਸੂਚੀ ਦੇ ਵਿੱਚ। ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਲਈ ਵਿਸ਼ੇਸ਼ ਪ੍ਰਸ਼ਾਸਨ ਦੀ ਜਿਹੜੀ ਵਿਵਸਥਾ ਹੈ ਉਹ ਕੀਤੀ ਗਈ ਹੈ। ਅਗਲਾ ਪ੍ਰਸ਼ਨ ਹੈ, ਅਨੁਸੂਚਿਤ ਕਬੀਲਿਆਂ ਦੇ ਵਿਸ਼ੇਸ਼ ਪ੍ਰਸ਼ਾਸਨ ਦੀ ਵਿਵਸਥਾ ਦਾ ਵਰਣਨ ਕਿਹੜੀ ਅਨੁਸੂਚੀ ਵਿੱਚ ਮਿਲਦਾ ਹੈ? ਸੋ ਟ੍ਰਿਕ ਯਾਦ ਰੱਖ ਲਿਓ, ਕਬੀਲਿਆਂ ਨਾਲ ਸੰਬੰਧਿਤ ਕਿਹੜੀ ਅਨੁਸੂਚੀ ਹੈ। 4 ਆਪਸ਼ਨਾਂ ਨੇ। ਸੋ 6ਵੀਂ ਤਾਂ ਇਹਦੇ ਵਿੱਚ ਨਹੀਂ ਆਏਗੀ, ਆਪਾਂ ਹੁਣੇ ਪੜ੍ਹ ਕੇ ਹਟੇ ਹਾਂ। ਰਹੀਆਂ 3, 5ਵੀਂ, 7ਵੀਂ ਜਾਂ ਫਿਰ 12ਵੀਂ। ਤਾਂ ਇਹ ਆਏਗੀ ਜੀ 5ਵੀਂ ਅਨੁਸੂਚੀ। ਅਨੁਸੂਚਿਤ ਕਬੀਲਿਆਂ ਨਾਲ ਸੰਬੰਧਿਤ ਸਿੱਧਾ ਇਹ ਯਾਦ ਰੱਖ ਲਿਓ ਕਿਹੜੀ ਅਨੁਸੂਚੀ ਹੈ, 5ਵੀਂ। ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਇਹਦੇ ਨਾਲ ਸੰਬੰਧਿਤ ਹੈ 6ਵੀਂ ਅਨੁਸੂਚੀ। ਸੋ 2 ਤਾਂ ਤੁਹਾਡੇ ਯਾਦ ਹੋ ਜਾਣਗੀਆਂ। ਅਗਲਾ ਪ੍ਰਸ਼ਨ ਹੈ, 12ਵੀਂ ਅਨੁਸੂਚੀ ਰਾਹੀਂ ਮਿਊਨਿਸਪੈਲਿਟੀਜ਼ ਦੀਆਂ ਸ਼ਕਤੀਆਂ ਅਤੇ ਕੰਮਾਂ ਦੀ ਵਿਵਸਥਾ ਕਦੋਂ ਕੀਤੀ ਗਈ ਸੀ? ਸੋਧਾਂ ਦਿੱਤੀਆਂ ਗਈਆਂ ਨੇ 4। 1992 ਦੀ 73ਵੀਂ ਸੋਧ, 1985 ਦੀ 52ਵੀਂ ਸੋਧ, 1992 ਦੀ 24ਵੀਂ ਸੋਧ ਜਾਂ 2003 ਦੀ 92ਵੀਂ ਸੋਧ? ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਆਪਸ਼ਨ ਈ ਡੀ 1992 ਦੀ 74ਵੀਂ ਸੋਧ। 12ਵੀਂ ਅਨੁਸੂਚੀ ਰਾਹੀਂ ਜੋ ਮਿਊਨਿਸਪੈਲਿਟੀਜ਼ ਦੀਆਂ ਸ਼ਕਤੀਆਂ ਸੀ ਅਤੇ ਇਸ ਦੀ ਕੰਮਾਂ ਦੀ ਵਿਵਸਥਾ ਸੀ ਜਿਹੜੀ ਉਹ 1992 ਦੀ 74ਵੀਂ ਸੋਧ ਰਾਹੀਂ ਕੀਤੀ ਗਈ ਸੀ। ਅੱਗੇ ਫਿਰ ਸਹੀ ਮਿਲਾਨ ਕਰਨੇ, ਤਾਂ ਇਹਦੇ ਵਿੱਚ ਇੱਕ ਸਾਈਡ ਹੈ ਜਿਹੜੇ ਆਰਟੀਕਲ ਨੇ, ਇੱਕ ਸਾਈਡ ਹੈ ਜਿਹੜੇ ਸੰਕਲਪ ਦਿੱਤਾ ਹੈ। ਤਾਂ ਇਹਦੇ ਵਿੱਚ ਆਪਸ਼ਨ ਊੜਾ 5 ਤੋਂ 11 ਆਰਟੀਕਲ ਵਿੱਚ ਦੱਸਣਾ ਕੀ ਹੈ। ਤਾਂ 5 ਤੋਂ 11 ਆਰਟੀਕਲ ਜਿਹੜਾ ਸੰਬੰਧਿਤ ਹੈ ਉਹ ਨਾਗਰਿਕਤਾ ਨਾਲ ਹੈ। ਆਰਟੀਕਲ 12 ਤੋਂ 35 ਇਹ ਸੰਬੰਧਿਤ ਹੈ ਜੀ ਮੌਲਿਕ ਅਧਿਕਾਰਾਂ ਨਾਲ। ਆਰਟੀਕਲ 36 ਤੋਂ 51 ਇਹ ਸੰਬੰਧਿਤ ਹੈ ਜੀ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਨਾਲ। ਅਤੇ ਆਰਟੀਕਲ 52 ਤੋਂ 151 ਇਹ ਸੰਬੰਧਿਤ ਹੈ ਸੰਘੀ ਸਰਕਾਰ ਨਾਲ। ਤਾਂ ਇਸ ਹਿਸਾਬ ਨਾਲ ਨੀਚੇ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਬਣੇਗਾ। ਸੋ ਇਸ ਤਰ੍ਹਾਂ ਆਰਟੀਕਲ 'ਤੇ ਵੀ ਸਾਰਨੀ ਆ ਸਕਦੀ ਹੈ, ਅਨੁਸੂਚੀਆਂ 'ਤੇ ਵੀ ਸਾਰਨੀ ਆ ਸਕਦੀ ਹੈ, ਸੰਵਿਧਾਨ ਦੇ ਜੋ ਭਾਗ ਨੇ, ਸ਼ਡਿਊਲ ਨੇ, ਇਹਨਾਂ 'ਤੇ ਵੀ ਸਾਰਨੀ ਜਿਹੜੀ ਆ ਸਕਦੀ ਹੈ। ਸੋ ਇਹ ਜ਼ਰੂਰ ਧਿਆਨ ਨਾਲ ਰੀਡ ਕਰਿਓ ਕਿਉਂਕਿ 100% ਸ਼ਿਓਰ ਹੈ ਐਗਜ਼ਾਮ ਦੇ ਵਿੱਚ ਆਉਣੀ ਹੀ ਆਉਣੀ ਹੈ। ਤਾਂ ਅੱਗੇ ਫਿਰ ਇਹਦੇ ਨਾਲ ਸੰਬੰਧਿਤ ਕੁਐਸਚਨ ਬਣਦੇ ਨੇ, ਤੁਹਾਨੂੰ ਯਾਦ ਰਹਿ ਜਾਣਗੇ ਆਸਾਨੀ ਨਾਲ। ਆਰਟੀਕਲ 5 ਤੋਂ 11 ਤੱਕ ਦਾ ਸੰਬੰਧ ਕਿਸ ਨਾਲ ਹੈ? ਹੁਣੇ ਆਪਾਂ ਕਰਕੇ ਹਟਿਆ। ਤਾਂ ਆਪਸ਼ਨ ਈ ਡੀ ਨਾਗਰਿਕਤਾ ਨਾਲ। ਅਗਲਾ ਪ੍ਰਸ਼ਨ ਹੈ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕਿਸ ਆਰਟੀਕਲ ਦੇ ਅੰਤਰਗਤ ਮਿਲਦਾ ਹੈ? ਤਾਂ ਬਿਲਕੁਲ ਉਸੇ ਸਾਰਨੀ ਦੇ ਵਿੱਚੋਂ ਕੁਐਸਚਨ ਨਿਕਲ ਕੇ ਆਇਆ, ਥੋੜ੍ਹਾ ਜਿਹਾ ਉਲਟਾ ਕੇ ਆਇਆ। ਤਾਂ ਆਪਾਂ ਹੁਣੇ ਪੜ੍ਹਿਆ ਸੀਗਾ, ਕਿਹੜਾ ਸੀਗਾ? 5 ਤੋਂ 11 ਤਾਂ ਨਹੀਂ ਹੈ, ਤਾਂ ਇਹਦੇ ਵਿੱਚ ਤਾਂ ਨਾਗਰਿਕਤਾ ਆ ਗਈ। 12 ਤੋਂ 35 ਇਹ ਵੀ ਨਹੀਂ ਹੈ। 51 ਤੋਂ 63 ਇਹ ਵੀ ਨਹੀਂ ਹੈ। ਤਾਂ ਇਹ ਆ ਗਿਆ ਜੀ 36 ਤੋਂ 51। ਤਾਂ ਇੱਥੇ 36 ਤੋਂ 51 ਆਏਗਾ। ਆਪਸ਼ਨ ਈ ਡੀ ਰਾਈਟ ਆਨਸਰ ਬਣੇਗਾ। ਤਾਂ ਜੋ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਇਹਨਾਂ ਦਾ ਆਰਟੀਕਲ ਹੈ ਜਿਹੜਾ ਜਿਸ ਆਰਟੀਕਲ ਦੇ ਅੰਤਰਗਤ ਆਉਂਦੇ ਨੇ ਉਹ 36 ਤੋਂ 51। ਅਗਲਾ ਪ੍ਰਸ਼ਨ ਹੈ, ਮੌਲਿਕ ਕਰਤੱਵਾਂ ਦਾ ਵਰਣਨ ਕਿਹੜੇ ਆਰਟੀਕਲ ਦੇ ਅਧੀਨ ਹੈ? ਆਰਟੀਕਲ 14, 51, 51 ਏ ਜਾਂ ਫਿਰ 51 ਬੀ? ਤਾਂ ਇਹ ਆਰਟੀਕਲ ਹੈ ਜੀ 51 ਏ ਦੇ ਅਧੀਨ। ਮੌਲਿਕ ਕਰਤੱਵ ਨੇ ਜਿਹੜੇ
ਆਰਟੀਕਲ 51 ਏ ਦੇ ਅਧੀਨ ਨੇ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਬਣੇਗਾ। ਅੱਗੇ ਫਿਰ ਹੈ ਜਿਹੜਾ ਸਹੀ ਮਿਲਾਨ ਆ, ਸੰਵਿਧਾਨ ਦੇ ਭਾਗ ਤੇ ਆਇਆ ਹੈ ਅਤੇ ਵਿਸ਼ਾ। ਤਾਂ ਇਹਦੇ ਵਿੱਚ ਜ਼ਰੂਰ ਕਮੈਂਟ ਕਰਿਓ। ਤਾਂ ਪਹਿਲਾਂ ਸੰਵਿਧਾਨ ਦੇ 15ਵੇਂ ਭਾਗ ਦੇ ਵਿੱਚ ਕੀ ਹੈ, ਕਿਸ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਕੀ ਸ਼ਾਮਲ ਹੈ। ਤਾਂ ਇਹਦਾ ਜਿਹੜਾ ਸਹੀ ਮਿਲਾਨ ਹੋਏਗਾ ਆਪਸ਼ਨ ਡੀ ਹੋਏਗਾ। ਸੰਵਿਧਾਨ ਦਾ ਜੋ 15ਵਾਂ ਭਾਗ ਹੈ ਉਹ ਚੋਣਾਂ ਨਾਲ ਸੰਬੰਧਿਤ ਹੈ। ਅੱਗੇ ਸੰਵਿਧਾਨ ਦਾ 20ਵਾਂ ਭਾਗ ਹੈ ਜਿਹੜਾ ਉਹ ਸੰਵਿਧਾਨਕ ਸੋਧ ਦੇ ਸੰਬੰਧ ਵਿੱਚ ਹੈ। ਅੱਗੇ ਸੰਵਿਧਾਨ ਦਾ 18ਵਾਂ ਭਾਗ ਹੈ ਜਿਹੜਾ ਉਹ ਸੰਕਟਕਾਲੀ ਸ਼ਕਤੀਆਂ ਨਾਲ ਸੰਬੰਧਿਤ ਹੈ। ਅੱਗੇ ਸੰਵਿਧਾਨ ਦਾ 11ਵਾਂ ਭਾਗ ਹੈ ਤਾਂ ਕੇਂਦਰ ਅਤੇ ਰਾਜਾਂ ਨਾਲ ਸੰਬੰਧਿਤ ਹੈ। ਸੋ ਇਸ ਤਰ੍ਹਾਂ ਇਹ ਸਾਡਾ ਜਿਹੜਾ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸੰਪਤੀ ਦੇ ਅਧਿਕਾਰ ਨੂੰ 44ਵੀਂ ਸੰਵਿਧਾਨਕ ਸੋਧ ਰਾਹੀਂ ਕਿਸ ਆਰਟੀਕਲ ਦੇ ਵਿੱਚ ਦਰਜ ਕਰ ਦਿੱਤਾ ਗਿਆ? 308, 307 ਏ, 303 ਬੀ ਜਾਂ ਫਿਰ 300 ਏ। ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਆਪਸ਼ਨ ਸੱਸਾ 300 ਏ, ਜਿਸ ਰਾਹੀਂ ਸੰਪਤੀ ਦਾ ਜੋ ਅਧਿਕਾਰ ਸੀਗਾ, ਜਾਇਦਾਦ ਦਾ ਜੋ ਅਧਿਕਾਰ ਸੀਗਾ, 44ਵੀਂ ਸੰਵਿਧਾਨਕ ਸੋਧ ਰਾਹੀਂ 300 ਏ ਆਰਟੀਕਲ ਵਿੱਚ ਹੈ ਜਿਹੜਾ ਦਰਜ ਕਰ ਦਿੱਤਾ ਗਿਆ ਸੀ। ਅਗਲਾ ਪ੍ਰਸ਼ਨ ਹੈ, ਵਿੱਤ ਕਮਿਸ਼ਨ ਦੀ ਵਿਵਸਥਾ ਕਿਸ ਆਰਟੀਕਲ ਦੇ ਅੰਤਰਗਤ ਕੀਤੀ ਗਈ ਹੈ? ਆਰਟੀਕਲ 280, 281, 260 ਜਾਂ ਫਿਰ 263। ਤਾਂ ਇਹ ਵਿਵਸਥਾ ਕੀਤੀ ਗਈ ਹੈ ਜੀ ਆਰਟੀਕਲ 280 ਦੇ ਤਹਿਤ ਹੈ ਜਿਹੜੀ ਵਿੱਤ ਕਮਿਸ਼ਨ ਦੀ ਵਿਵਸਥਾ ਜਿਹੜੀ ਕੀਤੀ ਗਈ ਹੈ। ਅੱਗੇ ਫਿਰ ਸਾਰਣੀ ਦਾ ਮਿਲਾਨ ਕਰਨਾ ਹੈ। ਇੱਕ ਪਾਸੇ ਦੇਸ਼ ਦਿੱਤੇ ਹੈ, ਇੱਕ ਪਾਸੇ ਸੰਵਿਧਾਨਕ ਅਨੁਛੇਦ। ਤਾਂ ਪਹਿਲਾ ਜੀ ਅਮਰੀਕਾ, ਤਾਂ ਇਹਦਾ ਆਏਗਾ ਜੀ ਆਪਸ਼ਨ ਬੀ ਅਨੁਛੇਦ 7। ਫਿਰ ਆਉਂਦਾ ਭਾਰਤ, ਤਾਂ ਇਹਦਾ ਹੋਏਗਾ ਜੀ 395 ਅਨੁਛੇਦ। ਫਿਰ ਆਉਂਦਾ ਚੀਨ, ਇਹਦੇ ਹੈ ਜੀ 138 ਅਨੁਛੇਦ। ਫਿਰ ਆਉਂਦਾ ਆਸਟ੍ਰੇਲੀਆ, ਇਹਦੇ ਹੈ ਜੀ 128। ਤਾਂ ਆਪਾਂ ਨੂੰ ਆਸਟ੍ਰੇਲੀਆ ਬਾਰੇ ਨਹੀਂ ਪੁੱਛਿਆ ਜਾਏਗਾ, ਚੀਨ ਬਾਰੇ ਨਹੀਂ ਪੁੱਛਿਆ ਜਾਏਗਾ, ਆਸਟ੍ਰੇਲੀਆ ਬਾਰੇ ਨਹੀਂ ਪੁੱਛਿਆ ਜਾਏਗਾ, ਅਮਰੀਕਾ ਬਾਰੇ ਨਹੀਂ ਪੁੱਛਿਆ ਜਾਏਗਾ, ਸਿਰਫ ਭਾਰਤ ਬਾਰੇ। 395, 448। ਸੋ ਨਵੇਂ ਅਤੇ ਪੁਰਾਣੇ ਇਹ ਸੰਵਿਧਾਨਕ ਅਨੁਛੇਦ ਨੇ। ਸੋ ਇਸ ਤਰ੍ਹਾਂ ਦਾ ਕੁਐਸਚਨ ਨਹੀਂ ਆਏਗਾ, ਹੋਰ ਕੰਟਰੀ ਨਾਲ ਸੰਬੰਧਿਤ ਨਹੀਂ ਆਏਗਾ। ਸਿਲੇਬਸ ਦੇ ਵਿੱਚੋਂ ਜਿਹੜਾ ਇਹ ਕੁਐਸਚਨ ਆਏਗਾ, ਤਾਂ ਕਰਾਇਆ। ਕਈ ਵਾਰ ਆਪਣੇ ਡਿਪਾਰਟਮੈਂਟ ਦਾ ਪਤਾ ਹੀ ਨਹੀਂ ਕਿੱਥੋਂ ਕਿਹੜਾ ਕੁਐਸਚਨ ਚੱਕ ਕੇ ਐਡ ਆ ਜਿਹੜਾ ਵਿੱਚ ਕਰ ਦਿੱਤਾ ਜਾਵੇ। ਸੋ ਅਗਲਾ ਕੁਐਸਚਨ ਕਰਦੇ ਹਾਂ ਜੀ। ਪ੍ਰਸਤਾਵਨਾ ਨਾਲ ਆਰੰਭ ਹੋਣ ਵਾਲਾ ਵਿਸ਼ਵ ਦਾ ਪਹਿਲਾ ਸੰਵਿਧਾਨ ਕਿਹੜਾ ਸੀ? ਜਿਹੜਾ ਪ੍ਰਸਤਾਵਨਾ ਨਾਲ ਆਰੰਭ ਹੋਇਆ ਸੀ। ਸੋ ਵਿਸ਼ਵ ਦਾ ਪੁੱਛਿਆ ਗਿਆ, ਇਹ ਜ਼ਰੂਰ ਯਾਦ ਰੱਖਿਓ। ਭਾਰਤ, ਅਮਰੀਕਾ, ਫਰਾਂਸ ਜਾਂ ਫਿਰ ਜਾਪਾਨ। ਤਾਂ ਇਹ ਦੇਸ਼ ਸੀਗਾ ਜੀ ਅਮਰੀਕਾ, ਆਪਸ਼ਨ ਆੜਾ। ਸੋ ਪ੍ਰਸਤਾਵਨਾ ਨਾਲ ਆਰੰਭ ਹੋਣ ਵਾਲਾ ਵਿਸ਼ਵ ਦਾ ਪਹਿਲਾ ਸੰਵਿਧਾਨ ਸੀਗਾ ਇਹ ਅਮਰੀਕਾ ਦਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨਕ ਸੋਧ ਸੰਬੰਧੀ ਅਨੁਛੇਦ ਕਿਹੜਾ ਹੈ? 368, 324, 226 ਜਾਂ 329। ਤਾਂ ਭਾਰਤੀ ਸੰਵਿਧਾਨਕ ਸੋਧ ਸੰਬੰਧੀ ਅਨੁਛੇਦ ਹੈ ਜਿਹੜਾ ਉਹ 368 ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਉਹ ਕਿਹੜਾ ਦੇਸ਼ ਹੈ ਜਿਹਦਾ ਲਿਖਤੀ ਸੰਵਿਧਾਨ ਸਭ ਤੋਂ ਛੋਟਾ ਹੈ? ਅਮਰੀਕਾ, ਸਵਿਟਜ਼ਰਲੈਂਡ, ਮੋਨਾਕੋ ਜਾਂ ਫਿਰ ਰੂਸ। ਸੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹ। ਉਹ ਕਿਹੜਾ ਦੇਸ਼ ਹੈ ਜਿਹਦਾ ਲਿਖਤੀ ਸੰਵਿਧਾਨ ਸਭ ਤੋਂ ਛੋਟਾ ਹੈ? ਤਾਂ ਉਹ ਦੇਸ਼ ਹੈ ਜੀ ਆਪਸ਼ਨ ਏ ਡੀ ਮੋਨਾਕੋ। ਇਸ ਦੇਸ਼ ਦਾ ਲਿਖਤੀ ਸੰਵਿਧਾਨ ਹੈ ਜਿਹੜਾ ਉਹ ਸਭ ਤੋਂ ਛੋਟਾ ਹੈ। ਅਗਲਾ ਪ੍ਰਸ਼ਨ ਹੈ, ਸੰਵਿਧਾਨ ਦੀ ਕੁੰਜੀ, ਸੰਵਿਧਾਨ ਦੀ ਆਤਮਾ ਕਿਸ ਨੂੰ ਕਿਹਾ ਜਾਂਦਾ ਹੈ? ਮੌਲਿਕ ਅਧਿਕਾਰਾਂ ਨੂੰ, ਮੌਲਿਕ ਕਰਤੱਵਾਂ ਨੂੰ, ਪ੍ਰਸਤਾਵਨਾ ਨੂੰ ਜਾਂ ਫਿਰ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ। ਤਾਂ ਸੰਵਿਧਾਨ ਦੀ ਕੁੰਜੀ, ਸੰਵਿਧਾਨ ਦੀ ਆਤਮਾ ਜਿਹੜਾ
ਉਹ ਪ੍ਰਸਤਾਵਨਾ ਨੂੰ ਕਿਹਾ ਜਾਂਦਾ ਹੈ। ਆਪਸ਼ਨ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਸ ਮੁਕੱਦਮੇ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਅਟੁੱਟ ਅੰਗ ਹੈ ਜਿਹੜਾ ਦੱਸਿਆ? ਬੇਰੁਬਾਰੀ ਕੇ ਯੂਨੀਅਨ ਕੇਸ, LIC ਆਫ ਇੰਡੀਆ ਕੇਸ, ਗੋਲਕਨਾਥ ਭਾਰਤੀ ਕੇਸ ਜਾਂ ਫਿਰ ਮਿਨਰਵਾ ਮਿਲਜ਼ ਕੇਸ। ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਆਪਸ਼ਨ ਆੜਾ, LIC ਆਫ ਇੰਡੀਆ ਕੇਸ ਨੂੰ ਆ ਜਿਹੜਾ ਇਹ ਮੁਕੱਦਮੇ ਦਾ ਕੇਸ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਅਟੁੱਟ ਅੰਗ ਹੈ ਜਿਹੜਾ ਉਹ ਦੱਸਿਆ। ਸੋ ਦੋਸਤੋ, ਇਹ ਭਾਰਤੀ ਸੰਵਿਧਾਨ ਨਾਲ ਸੰਬੰਧਿਤ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਸੀ ਉਹ ਤੁਹਾਨੂੰ 5 ਭਾਗਾਂ ਦੇ ਵਿੱਚ ਪ੍ਰੋਵਾਈਡ ਹੈ ਜਿਹੜੇ ਕੀਤੇ ਗਏ ਨੇ। ਸੋ ਭਾਰਤੀ ਸੰਵਿਧਾਨ ਦਾ ਪਹਿਲਾ ਆਪਣਾ ਟੌਪਿਕ ਹੈ ਜਿਹੜਾ ਉਹ ਕੰਪਲੀਟ ਹੁੰਦਾ ਹੈ। ਇਸ ਤੋਂ ਬਾਅਦ ਕੋਈ ਵੀ ਕੁਐਸਚਨ ਜਿਹੜਾ ਨਹੀਂ ਬਣਦਾ। ਸੋ ਜ਼ਰੂਰ ਐਗਜ਼ਾਮ ਦੇ ਜਦੋਂ ਨੇੜੇ ਹੋਵੋਗੇ ਤੁਸੀਂ ਤਾਂ ਜ਼ਰੂਰ ਇਸ ਨੂੰ ਇਹਨਾਂ 5 ਭਾਗਾਂ ਨੂੰ ਜ਼ਰੂਰ ਰੀਡ ਕਰ ਲਿਓ। ਤਾਂ ਕੱਲ੍ਹ ਨੂੰ ਜਿਹੜਾ ਆਪਣਾ ਟੌਪਿਕ ਨਵਾਂ ਸਟਾਰਟ ਕਰਨ ਜਾ ਰਹੇ ਹਾਂ, ਮੌਲਿਕ ਅਧਿਕਾਰ ਅਤੇ ਮੌਲਿਕ ਕਰਤੱਵ। ਸੋ 10 ਵਜੇ ਕਲਾਸ ਹੋਏਗੀ। ਸੋ ਇਸ ਟੌਪਿਕ ਨਾਲ ਸੰਬੰਧਿਤ ਜੋ ਵੀ ਜਿੰਨੇ ਵੀ ਕੁਐਸਚਨ ਬਣਨਗੇ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਗਰੁੱਪਾਂ ਦੇ ਵਿੱਚ ਜ਼ਰੂਰ ਕਰ ਦਿਆ ਕਰੋ। ਬਾਕੀ ਇੰਸਟਾਗ੍ਰਾਮ ਪੇਜ ਅਤੇ ਟੈਲੀਗ੍ਰਾਮ ਗਰੁੱਪ ਨੂੰ ਫੋਲੋ ਕਰਨਾ ਨਾ ਭੁੱਲਣਾ। ਲਿੰਕ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਟੌਪਿਕ ਦੇ ਨਾਲ, ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਦੋਂ ਤੱਕ ਲਈ ਧੰਨਵਾਦ।